ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਰਾਜਬੀਰ ਕੌਰ ਹੈ। ਮੈਂ ਬਾਬਾ ਨਾਮਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਵਿਖੇ ਬਤੌਰ ਪੰਜਾਬੀ ਅਧਿਆਪਿਕਾ ਸੇਵਾ ਨਿਭਾ ਰਹੀ ਹਾਂ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਪੰਜਾਬੀ ਵਿਆਕਰਨ ਕਾਰਕ ਬਾਰੇ ਗੱਲਬਾਤ ਕਰਾਂਗੇ। ਸੋ ਸਾਡਾ ਅੱਜ ਦਾ ਵਿਸ਼ਾ ਹੈ ਕਾਰਕ। ਕਾਰਕ ਕੀ ਹੈ? ਕਿਸੇ ਵਾਕ ਵਿੱਚ ਨਾਮ ਜਾਂ ਪੜਨਾਮ ਦਾ ਸੰਬੰਧ ਆਪਣੇ ਵਾਕ ਦੀ ਕਿਰਿਆ ਨਾਲ ਜਾਂ ਵਾਕ ਦੇ ਹੋਰਨਾਂ ਸ਼ਬਦਾਂ ਨਾਲ ਦੱਸਣ ਵਾਲੇ ਰੂਪਾਂ ਨੂੰ ਕਾਰਕ ਆਖਦੇ ਹਨ। ਭਾਵ ਵਾਕ ਵਿੱਚ ਨਾਮ ਜਾਂ ਪੜਨਾਮ ਦਾ ਕਿਰਿਆ ਨਾਲ ਜੋ ਸੰਬੰਧ ਹੁੰਦਾ ਹੈ ਉਸ ਨੂੰ ਕਾਰਕ ਕਿਹਾ ਜਾਂਦਾ ਹੈ। ਜਿਵੇਂ ਪਹਿਲਾ ਵਾਕ ਹੈ, ਹਰਬੀਰ ਨੇ ਗੁਰਬੀਰ ਨੂੰ ਤੋਹਫਾ ਦਿੱਤਾ। ਇਸ ਵਾਕ ਵਿੱਚ ਤੋਹਫਾ ਦਿੱਤਾ ਕਿਰਿਆ ਹੈ ਅਤੇ ਇਸ ਕਿਰਿਆ ਦਾ ਹਰਬੀਰ ਤੇ ਗੁਰਬੀਰ ਨਾਲ ਸੰਬੰਧ ਹੈ। ਇਹ ਸੰਬੰਧ ਵਾਕ ਵਿੱਚ ਵਰਤੇ ਸ਼ਬਦ ਰੂਪ ਨੇ ਨਾਲ ਪ੍ਰਗਟ ਹੁੰਦਾ ਹੈ। ਨੇ ਕਾਰਕ ਚਿੰਨ੍ਹ ਜਾਂ ਸੰਬੰਧਕੀ ਚਿੰਨ੍ਹ ਹੈ। ਦੂਸਰਾ ਵਾਕ ਹੈ, ਉਸ ਨੇ ਕੰਮ ਕੀਤਾ। ਇਸ ਵਾਕ ਵਿੱਚ ਨੇ ਕਾਰਕ ਚਿੰਨ੍ਹ ਜਾਂ ਸੰਬੰਧਕੀ ਚਿੰਨ੍ਹ ਹੈ। ਤੀਸਰਾ ਵਾਕ ਹੈ, ਲੱਕੜਹਾਰੇ ਨੇ ਕੁਹਾੜੇ ਨਾਲ ਲੱਕੜ ਨੂੰ ਕੱਟਿਆ। ਇਸ ਵਾਕ ਵਿੱਚ ਲੱਕੜਹਾਰਾ, ਕੁਹਾੜਾ ਅਤੇ ਲੱਕੜ ਤਿੰਨ ਨਾਮ ਹਨ ਅਤੇ ਤਿੰਨਾਂ ਦੀ ਸਥਿਤੀ ਵੱਖਰੀ ਵੱਖਰੀ ਹੈ। ਲੱਕੜਹਾਰੇ ਨੇ ਕਿਰਿਆ ਕੀਤੀ ਹੈ। ਇਹ ਕਿਰਿਆ ਵਾਪਰੀ ਹੈ ਲੱਕੜ ਉੱਤੇ ਅਤੇ ਕਿਰਿਆ ਕੁਹਾੜੇ ਰਾਹੀਂ ਕੀਤੀ ਗਈ ਹੈ। ਇਸ ਤਰ੍ਹਾਂ ਹਰ ਨਾਮ ਦਾ ਆਪੋ ਆਪਣਾ ਸੌਂਪਿਆ ਕੰਮ ਹੈ। ਇਸ ਸੌਂਪੇ ਹੋਏ ਕੰਮ ਨੂੰ ਹੀ ਕਾਰਕ ਕਿਹਾ ਜਾਂਦਾ ਹੈ। ਕਾਰਕ ਦੇ ਦ੍ਰਿਸ਼ਟੀਕੋਣ ਤੋਂ ਵਾਕ ਦਾ ਕੇਂਦਰੀ ਧੁਰਾ ਕਿਰਿਆ ਹੈ। ਇਸ ਤਰ੍ਹਾਂ ਹਰ ਨਾਮ ਸ਼ਬਦ ਦਾ ਕੋਈ ਨਾ ਕੋਈ ਕਾਰਕੀ ਸੰਬੰਧ ਹੁੰਦਾ ਹੈ। ਭਾਸ਼ਾ ਦੇ ਜਿਹੜੇ ਚਿੰਨ੍ਹਾਂ ਰਾਹੀਂ ਕਾਰਕੀ ਸੰਬੰਧ ਦਰਸਾਏ ਜਾਂਦੇ ਹਨ ਉਹਨਾਂ ਨੂੰ ਕਾਰਕੀ ਚਿੰਨ੍ਹ ਕਿਹਾ ਜਾਂਦਾ ਹੈ। ਕਾਰਕੀ ਚਿੰਨ੍ਹ ਦੋ ਪ੍ਰਕਾਰ ਦੇ ਹੁੰਦੇ ਹਨ। ਪਹਿਲਾ ਹੈ ਸੰਬੰਧਕ ਅਤੇ ਦੂਜਾ ਹੈ ਕਾਰਕੀ ਪਿਛੇਤਰ। ਵਾਕ ਵਿੱਚ ਕਾਰਕ ਦੀ ਬਣਤਰ ਨੂੰ ਸ਼ਬਦ ਕਰਮ, ਸੰਬੰਧਕਾਂ ਨੇ, ਨੂੰ, ਦਾ, ਨਾਲ, ਤੋਂ ਆਦਿ ਰਾਹੀਂ ਉਜਾਗਰ ਕੀਤਾ ਜਾਂਦਾ ਹੈ ਜਾਂ ਪਿਛੇਤਰ ਮਾਤਰਾਵਾਂ ਈ ਜਾਂ ਊ ਰਾਹੀਂ ਉਜਾਗਰ ਕੀਤਾ ਜਾਂਦਾ ਹੈ। ਦੇਖਦੇ ਹਾਂ ਕਿਵੇਂ। ਪਹਿਲਾ ਵਾਕ ਹੈ, ਪਿਤਾ ਜੀ ਦਿੱਲੀ ਤੋਂ ਆਏ। ਦੂਜਾ ਵਾਕ ਹੈ, ਪਿਤਾ ਜੀ ਦਿੱਲੀਓਂ ਆਏ। ਪਹਿਲੇ ਵਾਕ ਵਿੱਚ ਤੋਂ ਕਾਰਕੀ ਚਿੰਨ੍ਹ ਸੰਬੰਧਕ ਹੈ ਅਤੇ ਦੂਜੇ ਵਾਕ ਵਿੱਚ ਦਿੱਲੀਓਂ ਦਾ ਪਿਛੇਤਰ ਉਹ ਕਾਰਕੀ ਪਿਛੇਤਰ ਹੈ। ਇੱਕ ਹੋਰ ਉਦਾਹਰਨ ਹੈ। ਪਹਿਲਾ ਵਾਕ ਹੈ, ਉਸਨੇ ਕੰਨਾਂ ਵਿੱਚ ਸੋਨੇ ਦੀਆਂ ਵਾਲੀਆਂ ਪਾਈਆਂ ਹੋਈਆਂ ਸਨ। ਦੂਸਰਾ ਵਾਕ ਹੈ, ਉਸਨੇ ਕੰਨੀ ਸੋਨੇ ਦੀਆਂ ਵਾਲੀਆਂ ਪਾਈਆਂ ਹੋਈਆਂ ਸਨ। ਪਹਿਲੇ ਵਾਕ ਵਿੱਚ ਕਾਰਕੀ ਚਿੰਨ੍ਹ ਸੰਬੰਧਕ ਹੈ ਵਿੱਚ। ਦੂਸਰੇ ਵਾਕ ਵਿੱਚ ਕੰਨੀ ਦਾ ਪਿਛੇਤਰ ਈ ਕਾਰਕੀ ਪਿਛੇਤਰ ਹੈ। ਸੋ ਜਿਨ੍ਹਾਂ ਚਿੰਨ੍ਹਾਂ ਦੁਆਰਾ ਸੰਬੰਧ ਪ੍ਰਗਟ ਹੁੰਦੇ ਹਨ ਉਹਨਾਂ ਨੂੰ ਕਾਰਕੀ ਚਿੰਨ੍ਹ ਕਿਹਾ ਜਾਂਦਾ ਹੈ। ਹੁਣ ਅਸੀਂ ਗੱਲ ਕਰਾਂਗੇ ਕਾਰਕ ਰੂਪ ਬਾਰੇ। ਕਾਰਕ ਰੂਪ ਕੀ ਹੈ? ਕਾਰਕ ਚਿੰਨ੍ਹ ਲੱਗਣ ਨਾਲ ਨਾਮ ਜਾਂ ਪੜਨਾਮ ਦੇ ਰੂਪਾਂ ਵਿੱਚ ਜੋ ਤਬਦੀਲੀ ਆਉਂਦੀ ਹੈ ਉਸ ਨੂੰ ਕਾਰਕ ਰੂਪ ਆਖਦੇ ਹਨ।
ਜਿਵੇਂ ਸਾਡੇ ਕੋਲ 3 ਵਾਕ ਹਨ। ਪਹਿਲਾ ਹੈ ਮੁੰਡਾ ਇਮਤਿਹਾਨ ਪਾਸ ਕਰ ਗਿਆ। ਦੂਸਰਾ ਵਾਕ ਹੈ ਮੁੰਡੇ ਨੇ ਇਮਤਿਹਾਨ ਪਾਸ ਕਰ ਲਿਆ। ਤੀਸਰਾ ਵਾਕ ਹੈ ਮੁੰਡਿਆਂ ਨੇ ਇਮਤਿਹਾਨ ਪਾਸ ਕਰ ਲਿਆ ਹੈ। ਪਹਿਲੇ ਵਾਕ ਵਿੱਚ ਨਾਮ ਸ਼ਬਦ ਮੁੰਡਾ ਇੱਕ ਵਚਨ ਹੈ। ਦੂਸਰੇ ਵਾਕ ਵਿੱਚ ਨਾਮ ਸ਼ਬਦ ਮੁੰਡੇ ਇੱਕ ਵਚਨ ਹੈ, ਪਰ ਇਸ ਵਾਕ ਵਿੱਚ ਮੁੰਡੇ ਸ਼ਬਦ ਤੋਂ ਬਾਅਦ ਨੇ ਸੰਬੰਧਕੀ ਚਿੰਨ੍ਹ ਲੱਗਾ ਹੈ, ਜਿਸ ਕਰਕੇ ਨਾਮ ਦਾ ਰੂਪ ਮੁੰਡਾ ਤੋਂ ਬਦਲ ਕੇ ਮੁੰਡੇ ਹੋ ਗਿਆ ਹੈ। ਤੀਸਰੇ ਵਾਕ ਵਿੱਚ ਨਾਮ ਸ਼ਬਦ ਮੁੰਡਿਆਂ ਬਹੁਵਚਨ ਹੈ ਅਤੇ ਮੁੰਡਿਆਂ ਸ਼ਬਦ ਨਾਲ ਨੇ ਸੰਬੰਧਕੀ ਚਿੰਨ੍ਹ ਲੱਗਾ ਹੈ। ਇਹਨਾਂ ਤਿੰਨਾਂ ਵਾਕਾਂ ਵਿੱਚ ਨਾਮ ਦੇ ਜੋ ਰੂਪ ਬਦਲੇ ਹਨ ਉਸ ਨੂੰ ਕਾਰਕ ਰੂਪ ਕਿਹਾ ਜਾਂਦਾ ਹੈ। ਕਾਰਕ ਦੀਆਂ 8 ਕਿਸਮਾਂ ਹੁੰਦੀਆਂ ਹਨ। ਪਹਿਲੀ ਹੈ ਕਰਤਾ ਕਾਰਕ, ਦੂਜੀ ਕਰਮ ਕਾਰਕ, ਤੀਜੀ ਕਰਨ ਕਾਰਕ, ਚੌਥੀ ਕਿਸਮ ਹੈ ਸੰਪਰਦਾਨ ਕਾਰਕ, ਪੰਜਵੀਂ ਕਿਸਮ ਹੈ ਅਪਾਦਾਨ ਕਾਰਕ। ਕਾਰਕ ਦੀ 6ਵੀਂ ਕਿਸਮ ਦਾ ਨਾਂ ਹੈ ਸੰਬੰਧ ਕਾਰਕ। 7ਵੀਂ ਕਿਸਮ ਹੈ ਅਧਿਕਰਨ ਕਾਰਕ। ਕਾਰਕ ਦੀ 8ਵੀਂ ਕਿਸਮ ਦਾ ਨਾਂ ਹੈ ਸੰਬੋਧਨ ਕਾਰਕ। ਹੁਣ ਅਸੀਂ ਕਾਰਕ ਦੀਆਂ ਕਿਸਮਾਂ ਬਾਰੇ ਗੱਲਬਾਤ ਕਰਾਂਗੇ। 8 ਕਿਸਮਾਂ ਹਨ। ਪਹਿਲੀ ਕਿਸਮ ਹੈ ਕਰਤਾ ਕਾਰਕ। ਕੰਮ ਕਰਨ ਵਾਲੇ ਨੂੰ ਕਰਤਾ ਕਹਿੰਦੇ ਹਨ। ਪੰਜਾਬੀ ਭਾਸ਼ਾ ਦੀ ਵਾਕ ਬਣਤਰ ਵਿੱਚ ਕਰਤਾ ਕਾਰਕ ਕਿਰਿਆ ਨੂੰ ਕਰਨ ਵਾਲੇ ਦੇ ਭਾਵ ਨੂੰ ਉਜਾਗਰ ਕਰਦਾ ਹੈ। ਇਸ ਦਾ ਸਥਾਨ ਵਾਕ ਦੇ ਆਰੰਭ ਵਿੱਚ ਹੁੰਦਾ ਹੈ। ਸੋ ਕਰਤਾ ਕਾਰਕ ਕੀ ਹੈ? ਜਿਹੜਾ ਨਾਮ ਜਾਂ ਪੜਨਾਮ ਕਿਸੇ ਕਿਰਿਆ ਨੂੰ ਕਰਨ ਵਾਲਾ ਹੋਵੇ ਉਸ ਨੂੰ ਕਰਤਾ ਕਾਰਕ ਦਾ ਨਾਮ ਜਾਂ ਪੜਨਾਮ ਮੰਨਿਆ ਜਾਂਦਾ ਹੈ। ਜਿਵੇਂ ਪਹਿਲਾ ਵਾਕ ਹੈ ਹਰਮਨ ਸਿੰਘ ਸਕੂਲ ਜਾਂਦਾ ਹੈ। ਇਸ ਵਾਕ ਵਿੱਚ ਸਕੂਲ ਜਾਣ ਦਾ ਕੰਮ ਹਰਮਨ ਸਿੰਘ ਕਰ ਰਿਹਾ ਹੈ, ਇਸ ਕਰਕੇ ਹਰਮਨ ਸਿੰਘ ਕਰਤਾ ਹੈ। ਦੂਸਰਾ ਵਾਕ ਹੈ ਅਧਿਆਪਕ ਪਾਠ ਪੜ੍ਹਾਉਂਦਾ ਹੈ। ਇਸ ਵਾਕ ਵਿੱਚ ਅਧਿਆਪਕ ਕਰਤਾ ਕਾਰਕ ਹੈ। ਕਿਉਂਕਿ ਪਾਠ ਪੜ੍ਹਾਉਣ ਦੀ ਕਿਰਿਆ ਅਧਿਆਪਕ ਦੁਆਰਾ ਕੀਤੀ ਜਾ ਰਹੀ ਹੈ, ਇਸ ਕਰਕੇ ਅਧਿਆਪਕ ਕਰਤਾ ਹੈ। ਤੀਸਰਾ ਵਾਕ ਹੈ ਉਹ ਵਿਦਿਆਰਥੀ ਪੜ੍ਹਦਾ ਹੈ। ਇਸ ਵਾਕ ਵਿੱਚ ਉਹ ਸ਼ਬਦ ਵਿਦਿਆਰਥੀ ਦਾ ਵਿਸ਼ੇਸ਼ਣ ਹੈ। ਪੜ੍ਹਨ ਦਾ ਕੰਮ ਵਿਦਿਆਰਥੀ ਦੁਆਰਾ ਕੀਤਾ ਜਾ ਰਿਹਾ ਹੈ, ਇਸ ਕਰਕੇ ਪੜ੍ਹਨਾਮ ਉਹ ਵਿਦਿਆਰਥੀ ਕਰਤਾ ਕਾਰਕ ਹੈ। ਇਸ ਤੋਂ ਇਲਾਵਾ ਕਈ ਵਾਰ ਕਰਤਾ ਕਾਰਕ ਆਪਣੇ ਸਧਾਰਨ ਰੂਪ ਵਿੱਚ ਹੁੰਦਾ ਹੈ, ਭਾਵ ਉਹ ਪ੍ਰਗਟ ਰੂਪ ਵਿੱਚ ਕੁਝ ਵੀ ਨਹੀਂ ਕਰ ਰਿਹਾ ਹੁੰਦਾ, ਪਰ ਤਾਂ ਵੀ ਉਹ ਕਰਤਾ ਕਾਰਕ ਹੀ ਹੁੰਦਾ ਹੈ। ਜਿਵੇਂ ਚੌਥਾ ਵਾਕ ਹੈ ਬੱਚਾ ਬਿਮਾਰ ਹੈ। ਇਸ ਵਾਕ ਵਿੱਚ ਚਾਹੇ ਕਿ ਬੱਚਾ ਕੁਝ ਨਹੀਂ ਕਰ ਰਿਹਾ, ਪਰ ਫਿਰ ਵੀ ਬੱਚਾ ਹੀ ਕਰਤਾ ਹੈ। ਸਾਨੂੰ ਪਤਾ ਹੈ ਕਿ ਕਰਤਾ ਕਾਰਕ ਦਾ ਕਾਰਕ ਚਿੰਨ੍ਹ ਨੇ ਸੰਬੰਧਕ ਹੈ। ਕਦੇ ਇਹ ਵਾਕ ਵਿੱਚ ਆਉਂਦਾ ਹੈ ਅਤੇ ਕਦੇ ਵਾਕ ਵਿੱਚ ਨਹੀਂ ਆਉਂਦਾ। ਜਿਵੇਂ ਪਹਿਲੇ 4 ਵਾਕਾਂ ਵਿੱਚ ਕਾਰਕ ਚਿੰਨ੍ਹ ਦੀ ਵਰਤੋਂ ਨਹੀਂ ਕੀਤੀ ਗਈ, ਪਰ 5ਵੇਂ ਵਾਕ ਵਿੱਚ ਕਾਰਕ ਚਿੰਨ੍ਹ ਦੀ ਵਰਤੋਂ ਕੀਤੀ ਗਈ ਹੈ। ਕਿਵੇਂ ਤੁਸੀਂ ਦੇਖ ਰਹੇ ਹੋ, 5ਵਾਂ ਵਾਕ ਹੈ ਆਜੜੀ ਨੇ ਭੇਡਾਂ ਚਾਰੀਆਂ। ਇਸ ਵਾਕ ਵਿੱਚ ਭੇਡਾਂ ਚਾਰਨ ਦਾ ਕੰਮ ਆਜੜੀ ਦੁਆਰਾ ਕੀਤਾ ਜਾ ਰਿਹਾ ਹੈ, ਸੋ ਆਜੜੀ ਕਰਤਾ ਕਾਰਕ ਹੈ। ਕਰਤਾ ਕਾਰਕ ਦੀ ਪਛਾਣ ਕੀ ਹੈ? ਕਰਤਾ ਕਾਰਕ ਦਾ ਪਤਾ ਲਗਾਉਣ ਲਈ ਵਾਕ ਵਿੱਚ ਕੌਣ ਜਾਂ ਕਿਸਨੇ ਪ੍ਰਸ਼ਨਵਾਚਕ ਸ਼ਬਦ ਲਾ ਕੇ ਪ੍ਰਸ਼ਨ ਕਰਨ ਤੇ
ਜੋ ਉੱਤਰ ਮਿਲੇ ਉਹ ਕਰਤਾ ਕਾਰਕ ਹੈ। ਜਿਵੇਂ ਪਹਿਲਾ ਵਾਕ ਹਰਮਨ ਸਿੰਘ ਸਕੂਲ ਜਾਂਦਾ ਹੈ। ਕੌਣ ਸਕੂਲ ਜਾਂਦਾ ਹੈ? ਹਰਮਨ ਸਿੰਘ। ਹਰਮਨ ਸਿੰਘ ਕਰਤਾ ਕਾਰਕ। ਦੂਸਰਾ ਵਾਕ ਹੈ ਅਧਿਆਪਕ ਪਾਠ ਪੜ੍ਹਾਉਂਦਾ ਹੈ। ਕੌਣ ਪਾਠ ਪੜ੍ਹਾਉਂਦਾ ਹੈ? ਅਧਿਆਪਕ। ਸੋ ਅਧਿਆਪਕ ਕਰਤਾ ਕਾਰਕ ਹੈ। ਤੀਸਰਾ ਵਾਕ ਹੈ ਉਹ ਵਿਦਿਆਰਥੀ ਪੜ੍ਹਦਾ ਹੈ। ਕੌਣ ਪੜ੍ਹਦਾ ਹੈ? ਉੱਤਰ ਮਿਲੇਗਾ ਉਹ ਵਿਦਿਆਰਥੀ। ਸੋ ਉਹ ਵਿਦਿਆਰਥੀ ਕਰਤਾ ਕਾਰਕ ਹੈ। ਚੌਥਾ ਵਾਕ ਹੈ ਬੱਚਾ ਬਿਮਾਰ ਹੈ। ਕੌਣ ਬਿਮਾਰ ਹੈ? ਬੱਚਾ। ਬੱਚਾ ਕਰਤਾ ਕਾਰਕ ਹੈ। ਪੰਜਵਾਂ ਵਾਕ ਹੈ ਆਜੜੀ ਨੇ ਭੇਡਾਂ ਚਾਰੀਆਂ। ਕਿਸ ਨੇ ਭੇਡਾਂ ਚਾਰੀਆਂ? ਆਜੜੀ ਨੇ। ਸੋ ਆਜੜੀ ਕਰਤਾ ਕਾਰਕ ਹੈ। ਇਸ ਤਰ੍ਹਾਂ ਅਸੀਂ ਆਸਾਨੀ ਨਾਲ ਕਰਤਾ ਕਾਰਕ ਦੀ ਪਛਾਣ ਕਰ ਸਕਦੇ ਹਾਂ। ਕਾਰਕ ਦੀ ਦੂਸਰੀ ਕਿਸਮ ਹੈ ਕਰਮ ਕਾਰਕ। ਕਰਮ ਕਾਰਕ ਕੀ ਹੈ? ਜਿਸ ਨਾਮ ਉੱਤੇ ਕਿਰਿਆ ਵਾਪਰੇ, ਭਾਵ ਜਿਸ ਉੱਤੇ ਕਿਰਿਆ ਦਾ ਪ੍ਰਭਾਵ ਪਵੇ, ਉਸ ਨੂੰ ਕਰਮ ਕਾਰਕ ਕਹਿੰਦੇ ਹਨ। ਸਾਨੂੰ ਪਤਾ ਹੈ ਕਿ ਪੰਜਾਬੀ ਭਾਸ਼ਾ ਦੀ ਵਾਕ ਬਣਤਰ ਕਰਤਾ, ਕਰਮ ਅਤੇ ਕਿਰਿਆ ਹੈ। ਇਸ ਕਰਕੇ ਕਰਮ ਦਾ ਸਥਾਨ ਕਰਤਾ ਤੋਂ ਪਹਿਲਾਂ ਆਉਂਦਾ ਹੈ। ਕਿਵੇਂ? ਜਿਵੇਂ ਪਹਿਲਾ ਵਾਕ ਹੈ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਉਪਦੇਸ਼ ਦਿੱਤਾ। ਇਸ ਵਾਕ ਵਿੱਚ ਗੁਰੂ ਨਾਨਕ ਦੇਵ ਜੀ ਕਰਤਾ ਕਾਰਕ ਹਨ, ਪਰ ਕਰਤਾ ਤੋਂ ਬਾਅਦ ਆਉਣ ਵਾਲਾ ਸ਼ਬਦ ਲੋਕਾਂ ਕਰਮ ਕਾਰਕ ਹੈ। ਕਰਮ ਕਾਰਕ ਦੀ ਪਛਾਣ ਕਿਵੇਂ ਹੁੰਦੀ ਹੈ? ਕਰਮ ਕਾਰਕ ਦੀ ਪਛਾਣ ਦਾ ਆਧਾਰ ਨੂੰ ਸੰਬੰਧਕ ਹੈ। ਕਿਹੜਾ ਸੰਬੰਧਕ? ਨੂੰ। ਇਸ ਤੋਂ ਇਲਾਵਾ ਜੇਕਰ ਵਾਕ ਦਾ ਕਰਤਾ ਨੇ ਸੰਬੰਧਕ ਦੇ ਪ੍ਰਭਾਵ ਹੇਠ ਹੋਵੇ ਤਾਂ ਉਸ ਸਮੇਂ ਵੀ ਵਾਕ ਵਿੱਚ ਕਰਮ ਕਾਰਕ ਹੀ ਕਾਰਜਸ਼ੀਲ ਹੁੰਦਾ ਹੈ। ਜਿਵੇਂ ਪਹਿਲੇ ਵਾਕ ਵਿੱਚ ਗੁਰੂ ਨਾਨਕ ਦੇਵ ਜੀ ਕਰਤਾ ਕਾਰਕ ਤੋਂ ਬਾਅਦ ਸੰਬੰਧਕ ਨੇ ਲੱਗਾ ਹੈ ਅਤੇ ਵਾਕ ਵਿੱਚ ਲੋਕਾਂ ਸ਼ਬਦ ਜਿਹੜਾ ਹੈ ਉਹ ਕਰਮ ਕਾਰਕ ਵਜੋਂ ਕਾਰਜਸ਼ੀਲ ਹੈ। ਇਸ ਤੋਂ ਇਲਾਵਾ ਜੇਕਰ ਵਾਕ ਵਿੱਚ ਦੋ ਕਰਮ ਹੋਣ ਤਾਂ ਪ੍ਰਧਾਨ ਕਰਮ ਕਿਰਿਆ ਤੋਂ ਪਹਿਲਾਂ ਆਉਂਦਾ ਹੈ ਅਤੇ ਅਪ੍ਰਧਾਨ ਕਰਮ ਕਰਤਾ ਤੋਂ ਪਿੱਛੋਂ ਆਉਂਦਾ ਹੈ। ਕਿਵੇਂ? ਜਿਵੇਂ ਦੂਸਰਾ ਵਾਕ ਹੈ ਜੱਟ ਨੇ ਬਲਦਾਂ ਨੂੰ ਪਾਣੀ ਪਿਲਾਇਆ। ਇਸ ਵਾਕ ਵਿੱਚ ਦੋ ਕਰਮ ਹਨ, ਬਲਦ ਅਤੇ ਪਾਣੀ। ਪਾਣੀ ਪ੍ਰਧਾਨ ਕਰਮ ਹੈ ਅਤੇ ਬਲਦਾਂ ਅਪ੍ਰਧਾਨ ਕਰਮ ਹੈ। ਇਸ ਤੋਂ ਇਲਾਵਾ ਜ਼ਰੂਰੀ ਨਹੀਂ ਕਿ ਵਾਕਾਂ ਵਿੱਚ ਕਰਮ ਸੰਬੰਧਕ ਦੇ ਨਾਲ ਹੀ ਆਵੇ। ਕਈ ਵਾਕਾਂ ਵਿੱਚ ਕਰਮ ਸੰਬੰਧਕ ਤੋਂ ਬਿਨਾਂ ਵੀ ਆਉਂਦਾ ਹੈ। ਜਿਵੇਂ ਤੀਸਰਾ ਵਾਕ ਹੈ ਭੈਣ ਜੀ ਨਾਵਲ ਪੜ੍ਹਦੇ ਹਨ। ਇਸ ਵਾਕ ਵਿੱਚ ਨਾਵਲ ਕਰਮ ਹੈ, ਪਰ ਨਾਵਲ ਤੋਂ ਬਾਅਦ ਕੋਈ ਸੰਬੰਧਕ ਨਹੀਂ ਲੱਗਾ। ਪਰ ਕਰਮ ਕਾਰਕ ਦੇ ਪੜਨਾਮ ਨਾਲ ਸੰਬੰਧਕ ਜ਼ਰੂਰ ਆਉਂਦਾ ਹੈ। ਜਿਵੇਂ ਚੌਥਾ ਵਾਕ ਹੈ ਤੁਸੀਂ ਉਹਨਾਂ ਨੂੰ ਜਵਾਬ ਦਿਓ। ਇਸ ਵਾਕ ਵਿੱਚ ਉਹਨਾਂ ਸ਼ਬਦ ਅਨਿਆ ਪੁਰਖਵਾਚਕ ਪੜਨਾਂਵ ਹੈ ਜੋ ਕਰਮ ਹੈ ਅਤੇ ਜਿਸ ਦੇ ਨਾਲ ਨੂੰ ਸੰਬੰਧਕ ਲੱਗਾ ਹੋਇਆ ਹੈ। ਪੰਜਵਾਂ ਵਾਕ ਹੈ ਕੁੜੀਆਂ ਗਿੱਧਾ ਪਾ ਰਹੀਆਂ ਹਨ। ਇਸ ਵਾਕ ਵਿੱਚ ਕਿਰਿਆ ਗਿੱਧੇ ਉੱਤੇ ਹੋ ਰਹੀ ਹੈ, ਇਸ ਲਈ ਗਿੱਧਾ ਸ਼ਬਦ ਕਰਮ ਕਾਰਕ ਨਾਮ ਹੈ। ਕਾਰਕ ਦੀ ਤੀਸਰੀ ਕਿਸਮ ਹੈ ਕਰਨ ਕਾਰਕ। ਕਰਨ ਕਾਰਕ ਕਿਸੇ ਕਾਰਜ ਦੇ ਹੋਣ ਦੇ ਸਾਧਨ ਜਾਂ ਢੰਗ ਤਰੀਕੇ ਨੂੰ ਬਿਆਨ ਕਰਦਾ ਹੈ। ਇਸ ਕਾਰਕ ਦੇ ਵਾਕਾਤਮਿਕ ਸੰਬੰਧਾਂ ਦੇ ਕਾਰਜ ਨੂੰ ਜਾਂ ਤਾਂ ਕੁਝ ਨਾਵਾਂ ਨਾਲ, ਮਾਤਰਾਵਾਂ ਪਿਛੇਤਰ ਈ ਜਾਂ ਓ ਆਦਿ ਲਾ ਕੇ ਜਾਂ ਸੰਬੰਧਕਾਂ ਦੀ ਵਰਤੋਂ ਰਾਹੀਂ ਸਾਕਾਰ ਕੀਤਾ ਜਾਂਦਾ ਹੈ। ਸੰਬੰਧਕ ਕਿਹੜੇ? ਫਿਰ, ਨਾਲ,
ਦੁਆਰਾ, ਰਾਹੀਂ ਆਦਿ ਸੰਬੰਧਕ। ਜਿਵੇਂ ਪਹਿਲਾ ਵਾਕ ਹੈ, ਉਹ ਪੌੜੀਆਂ ਰਾਹੀਂ ਕੋਠੇ ਚੜ੍ਹਿਆ। ਇਸ ਵਾਕ ਵਿੱਚ ਕੋਠੇ ਉੱਪਰ ਜਾਣ ਦਾ ਢੰਗ ਤਰੀਕਾ ਹੈ ਪੌੜੀਆਂ। ਸੋ ਪੌੜੀਆਂ ਸ਼ਬਦ ਕਰਨ ਕਾਰਕ ਹੈ। ਪੌੜੀਆਂ ਕਰਨ ਕਾਰਕ ਦੇ ਨਾਲ ਸੰਬੰਧਕ ਰਾਹੀਂ ਦੀ ਵਰਤੋਂ ਕੀਤੀ ਗਈ ਹੈ। ਦੂਸਰਾ ਵਾਕ ਹੈ, ਉਸਨੇ ਆਰੇ ਨਾਲ ਲੱਕੜ ਚੀਰੀ। ਇਸ ਵਾਕ ਵਿੱਚ ਲੱਕੜ ਨੂੰ ਚੀਰਨ ਲਈ ਸਾਧਨ ਹੈ ਆਰਾ। ਸੋ ਆਰਾ ਸ਼ਬਦ ਕਰਨ ਕਾਰਕ ਹੈ। ਕਰਨ ਕਾਰਕ ਆਰੇ ਨਾਲ ਸੰਬੰਧਕ ਦੀ ਵਰਤੋਂ ਹੋਈ ਹੈ। ਸੰਬੰਧਕ ਹੈ ਨਾਲ। ਤੀਸਰਾ ਵਾਕ ਹੈ, ਅਧਿਆਪਕ ਨੇ ਪੈਨ ਨਾਲ ਕਾਪੀਆਂ ਚੈੱਕ ਕੀਤੀਆਂ। ਇਸ ਵਾਕ ਵਿੱਚ ਕਾਪੀਆਂ ਚੈੱਕ ਕਰਨ ਦਾ ਕੰਮ ਪੈਨ ਨਾਲ ਹੋਇਆ ਹੈ। ਇਸ ਕਰਕੇ ਪੈਨ ਕਰਨ ਕਾਰਕ ਹੈ। ਪੈਨ ਸ਼ਬਦ ਦੇ ਨਾਲ ਸੰਬੰਧਕ ਲੱਗਾ ਹੈ ਨਾਲ। ਚੌਥਾ ਵਾਕ ਹੈ, ਰਾਮ ਨੇ ਰਾਵਣ ਨੂੰ ਤੀਰ ਨਾਲ ਮਾਰਿਆ। ਇਸ ਵਾਕ ਵਿੱਚ ਸਾਧਨ ਜਾਂ ਢੰਗ ਤਰੀਕਾ ਤੀਰ ਹੈ। ਸੋ ਤੀਰ ਸ਼ਬਦ ਕਰਨ ਕਾਰਕ ਹੈ ਅਤੇ ਕਾਰਕੀ ਚਿੰਨ੍ਹ ਨਾਲ ਲੱਗਾ ਹੋਇਆ ਹੈ। ਪੰਜਵਾਂ ਵਾਕ ਹੈ, ਰਣਜੀਤ ਨੇ ਕੰਪਿਊਟਰ ਨਾਲ ਤਸਵੀਰ ਬਣਾਈ। ਇਸ ਵਾਕ ਵਿੱਚ ਸਾਧਨ ਕੰਪਿਊਟਰ ਹੈ। ਤਸਵੀਰ ਕੰਪਿਊਟਰ ਦੀ ਮਦਦ ਨਾਲ ਬਣਾਈ ਗਈ ਹੈ। ਇਸ ਕਰਕੇ ਕੰਪਿਊਟਰ ਕਰਨ ਕਾਰਕ ਨਾਮ ਹੈ। ਕਾਰਕ ਦੀ ਚੌਥੀ ਕਿਸਮ ਹੈ ਸੰਪਰਦਾਨ ਕਾਰਕ। ਸੰਪਰਦਾਨ ਸ਼ਬਦ ਦਾ ਅਰਥ ਹੈ ਕਿਸੇ ਨੂੰ ਕੁਝ ਦੇਣਾ ਜਾਂ ਭੇਟ ਕਰਨਾ। ਭਾਵ ਵਾਕ ਦਾ ਕਰਤਾ ਜਿਸ ਨਾਮ ਜਾਂ ਪੜਨਾਮ ਲਈ ਕੋਈ ਕੰਮ ਕਰਦਾ ਹੈ ਉਸ ਨੂੰ ਸੰਪਰਦਾਨ ਕਾਰਕ ਕਹਿੰਦੇ ਹਨ। ਜਿਵੇਂ ਸਾਡੇ ਕੋਲ 5 ਵਾਕ ਹਨ। ਪਹਿਲਾ ਵਾਕ ਹੈ, ਅਧਿਆਪਕਾਂ ਨੇ ਸਕੂਲ ਲਈ ਬਹੁਤ ਮਿਹਨਤ ਕੀਤੀ। ਕਿਸ ਲਈ ਮਿਹਨਤ ਕੀਤੀ? ਸਕੂਲ ਲਈ। ਇਸ ਵਾਕ ਵਿੱਚ ਸਕੂਲ ਸੰਪਰਦਾਨ ਕਾਰਕ ਹੈ। ਲਈ ਸੰਬੰਧਕੀ ਚਿੰਨ੍ਹ ਹੈ। ਦੂਜਾ ਵਾਕ ਹੈ, ਮਾਲੀ ਫੁੱਲਾਂ ਨੂੰ ਪਾਣੀ ਦੇ ਰਿਹਾ ਹੈ। ਇਸ ਵਾਕ ਵਿੱਚ ਫੁੱਲਾਂ ਸ਼ਬਦ ਸੰਪਰਦਾਨ ਕਾਰਕ ਹੈ। ਨੂੰ ਸੰਬੰਧਕੀ ਚਿੰਨ੍ਹ ਹੈ। ਤੀਸਰਾ ਵਾਕ ਹੈ, ਮਹਾਨ ਦੇਸ਼ ਭਗਤਾਂ ਨੇ ਦੇਸ਼ ਲਈ ਜਾਨ ਵਾਰ ਦਿੱਤੀ। ਇਸ ਵਾਕ ਵਿੱਚ ਦੇਸ਼ ਸ਼ਬਦ ਸੰਪਰਦਾਨ ਕਾਰਕ ਹੈ ਅਤੇ ਲਈ ਸ਼ਬਦ ਜੋ ਹੈ ਉਹ ਸੰਬੰਧਕੀ ਚਿੰਨ੍ਹ ਹੈ। ਚੌਥਾ ਵਾਕ ਹੈ, ਸੂਰਜ ਸਭ ਨੂੰ ਰੌਸ਼ਨੀ ਦਿੰਦਾ ਹੈ। ਇਸ ਵਾਕ ਵਿੱਚ ਸਭ ਸ਼ਬਦ ਸੰਪਰਦਾਨ ਕਾਰਕ ਹੈ। ਵਾਕ ਵਿੱਚ ਨੂੰ ਸੰਬੰਧਕੀ ਚਿੰਨ੍ਹ ਹੈ। ਪੰਜਵਾਂ ਵਾਕ ਹੈ, ਮਾਪੇ ਬੱਚਿਆਂ ਲਈ ਸਭ ਕੁਝ ਕਰਦੇ ਹਨ। ਇਸ ਵਾਕ ਵਿੱਚ ਬੱਚਿਆਂ ਸ਼ਬਦ ਜੋ ਹੈ ਉਹ ਸੰਪਰਦਾਨ ਕਾਰਕ ਹੈ ਅਤੇ ਲਈ ਸ਼ਬਦ ਸੰਬੰਧਕੀ ਚਿੰਨ੍ਹ ਹੈ। ਇਹਨਾਂ ਸਾਰੇ ਵਾਕਾਂ ਵਿੱਚ ਕਰਤਾ ਕਿਸੇ ਲਈ ਕੁਝ ਨਾ ਕੁਝ ਕਰ ਰਿਹਾ ਹੈ। ਅਧਿਆਪਕ ਸਕੂਲ ਲਈ, ਮਾਲੀ ਫੁੱਲਾਂ ਲਈ, ਦੇਸ਼ ਭਗਤ ਦੇਸ਼ ਲਈ, ਸੂਰਜ ਸਭ ਲਈ, ਮਾਪੇ ਬੱਚਿਆਂ ਲਈ। ਸੋ ਇਹ ਸੰਪਰਦਾਨ ਕਾਰਕ ਹੈ। ਪੰਜਵੀਂ ਕਿਸਮ ਹੈ ਕਾਰਕ ਦੀ ਅਪਾਦਾਨ ਕਾਰਕ। ਅਪਾਦਾਨ ਕਾਰਕ ਕਿਸੇ ਵਿਚਾਰ ਜਾਂ ਕਾਰਜ ਸਥਾਨ ਤੋਂ ਵਿਛੜਨ, ਜੁਦਾ ਹੋਣ, ਅਲੱਗ ਹੋਣ ਜਾਂ ਅੱਡ ਹੋਣ ਜਾਂ ਹਟਾਉਣ ਜਾਂ ਕੱਢਣ ਦੇ ਭਾਵ ਨੂੰ ਪ੍ਰਗਟ ਕਰਦਾ ਹੈ। ਜਿਸ ਵਿਅਕਤੀ ਜਾਂ ਵਸਤੂ ਤੋਂ ਕੋਈ ਚੀਜ਼ ਅਲੱਗ ਕੀਤੀ ਜਾਵੇ ਜਾਂ ਵੱਖਰੀ ਕੀਤੀ ਜਾਵੇ ਉਸ ਨਾਮ ਜਾਂ ਪੜਨਾਮ ਨੂੰ ਅਪਾਦਾਨ ਕਾਰਕ ਕਿਹਾ ਜਾਂਦਾ ਹੈ। ਇਸ ਕਾਰਕ ਦੀ ਪਛਾਣ ਕਿਵੇਂ ਹੁੰਦੀ ਹੈ?
ਇਸ ਕਾਰਕ ਦੇ ਪਛਾਣ ਚਿੰਨ੍ਹ ਦੇ ਵਿਆਕਰਨਿਕ ਕਾਰਜ ਨੂੰ ਮਾਤਰਾਵਾਂ ਜਾਂ ਪਿਛੇਤਰਾਂ ਓ ਜਾਂ ਥੋ ਰਾਹੀਂ ਬਿਆਨ ਕੀਤਾ ਜਾਂਦਾ ਹੈ, ਜਾਂ ਫਿਰ ਨਾਵਾਂ, ਪੜਨਾਵਾਂ, ਵਿਸ਼ੇਸ਼ਣਾਂ ਜਾਂ ਨਾਵਾਂ ਦੇ ਸੰਬੰਧਕੀ ਰੂਪਾਂ ਪਿੱਛੋਂ ਸੰਬੰਧਕ ਤੋਂ ਦੀ ਵਰਤੋਂ ਕਰਕੇ ਉਜਾਗਰ ਕੀਤਾ ਜਾਂਦਾ ਹੈ। ਦੇਖਦੇ ਹਾਂ ਕਿਵੇਂ। ਪਹਿਲਾ ਵਾਕ ਹੈ, ਕੁੜੀ ਪੇਕਿਆਂ ਤੋਂ ਸਹੁਰੇ ਘਰ ਆਈ। ਇਸ ਵਾਕ ਵਿੱਚ ਪੇਕਿਆਂ ਸ਼ਬਦ ਅਪਾਦਾਨ ਕਾਰਕ ਹਨ। ਵਾਕ ਵਿੱਚ ਸੰਬੰਧਕ ਤੋਂ ਦੀ ਵਰਤੋਂ ਕੀਤੀ ਗਈ ਹੈ। ਦੂਸਰਾ ਵਾਕ ਹੈ, ਮੱਝ ਛੱਪੜ ਵਿੱਚੋਂ ਬਾਹਰ ਨਿਕਲੀ। ਇਸ ਵਾਕ ਵਿੱਚ ਛੱਪੜ ਸ਼ਬਦ ਅਪਾਦਾਨ ਕਾਰਕ ਹੈ। ਵਿੱਚੋਂ ਸ਼ਬਦ ਦੇ ਅੰਤ ਵਿੱਚ ਪਿਛੇਤਰ ਓ ਦੀ ਵਰਤੋਂ ਕੀਤੀ ਗਈ ਹੈ। ਤੀਸਰਾ ਵਾਕ ਹੈ, ਮੇਰਾ ਸਕੂਲ ਘਰ ਤੋਂ 4 ਕਿਲੋਮੀਟਰ ਦੂਰ ਹੈ। ਇਸ ਵਾਕ ਵਿੱਚ ਘਰ ਸ਼ਬਦ ਅਪਾਦਾਨ ਕਾਰਕ ਹੈ। ਵਾਕ ਵਿੱਚ ਤੋਂ ਸੰਬੰਧਕ ਦੀ ਵਰਤੋਂ ਕੀਤੀ ਗਈ ਹੈ। ਚੌਥਾ ਵਾਕ ਹੈ, ਨਵੀਂ ਵਹੁਟੀ ਖੇਤ ਵਿੱਚੋਂ ਸਰੋਂ ਦਾ ਸਾਗ ਤੋੜ ਕੇ ਲਿਆਈ। ਇਸ ਵਾਕ ਵਿੱਚ ਖੇਤ ਸ਼ਬਦ ਅਪਾਦਾਨ ਕਾਰਕ ਹੈ, ਕਿਉਂਕਿ ਸਰੋਂ ਦੇ ਸਾਗ ਨੂੰ ਖੇਤ ਨਾਲੋਂ ਵੱਖਰਾ ਕੀਤਾ ਗਿਆ ਹੈ। ਇਸ ਕਰਕੇ ਖੇਤ ਸ਼ਬਦ ਅਪਾਦਾਨ ਕਾਰਕ ਹੈ। ਪੰਜਵਾਂ ਵਾਕ ਹੈ, ਪੱਤਾ ਟਹਿਣੀ ਤੋਂ ਟੁੱਟ ਗਿਆ। ਇਸ ਵਾਕ ਵਿੱਚ ਟਹਿਣੀ ਸ਼ਬਦ ਅਪਾਦਾਨ ਕਾਰਕ ਹੈ, ਕਿਉਂਕਿ ਪੱਤਾ ਟਹਿਣੀ ਨਾਲੋਂ ਵੱਖ ਹੋਇਆ ਹੈ। ਇਸ ਵਾਕ ਵਿੱਚ ਤੋਂ ਸੰਬੰਧਕ ਦੀ ਵਰਤੋਂ ਕੀਤੀ ਗਈ ਹੈ। ਕਾਰਕ ਦੀ 6ਵੀਂ ਕਿਸਮ ਹੈ ਸੰਬੰਧ ਕਾਰਕ। ਜਿਸ ਨਾਮ ਜਾਂ ਪੜਨਾਮ ਦਾ ਕਿਸੇ ਹੋਰ ਨਾਮ ਜਾਂ ਪੜਨਾਮ ਨਾਲ ਮਾਲਕੀ, ਕਬਜ਼ੇ ਜਾਂ ਅਧਿਕਾਰ ਵਾਲਾ ਸੰਬੰਧ ਹੋਵੇ, ਉਸ ਨਾਮ ਜਾਂ ਪੜਨਾਮ ਨੂੰ ਸੰਬੰਧ ਕਾਰਕ ਕਿਹਾ ਜਾਂਦਾ ਹੈ। ਸੰਬੰਧ ਕਾਰਕ ਦਾ ਸੂਚਕ ਦਾ ਸੰਬੰਧਕ ਹੈ, ਜਿਸ ਦਾ ਰੂਪ ਪਿੱਛੋਂ ਆਉਣ ਵਾਲੇ ਨਾਮ ਦੇ ਲਿੰਗ ਅਤੇ ਵਚਨ ਅਨੁਸਾਰ ਬਦਲਦਾ ਹੈ। ਜਿਵੇਂ ਪਹਿਲਾ ਵਾਕ ਹੈ, ਵਿਦਿਆਰਥੀ ਜੀਵਨ ਮਨੁੱਖ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਹੁੰਦਾ ਹੈ। ਇਸ ਵਾਕ ਵਿੱਚ ਦੀ ਅਤੇ ਦਾ ਸੰਬੰਧ ਕਾਰਕ ਹਨ। ਦੂਸਰਾ ਵਾਕ ਹੈ, ਉਹ ਮੇਰੀ ਭੈਣ ਦਾ ਮੁੰਡਾ ਹੈ। ਇਸ ਵਾਕ ਵਿੱਚ ਦਾ ਸੰਬੰਧ ਕਾਰਕ ਹੈ। ਤੀਸਰਾ ਵਾਕ ਹੈ, ਉਹ ਸਾਡੇ ਘਰ ਦੇ ਨੇੜੇ ਹੀ ਰਹਿੰਦਾ ਹੈ। ਇਸ ਵਾਕ ਵਿੱਚ ਦੇ ਸ਼ਬਦ ਸੰਬੰਧ ਕਾਰਕ ਹੈ। ਚੌਥਾ ਵਾਕ ਹੈ, ਹਿਮਾਚਲ ਪ੍ਰਦੇਸ਼ ਸੇਬਾਂ ਦਾ ਘਰ ਹੈ। ਇਸ ਵਾਕ ਵਿੱਚ ਦਾ ਸੰਬੰਧ ਕਾਰਕ ਹੈ। ਪੰਜਵਾਂ ਵਾਕ ਹੈ, ਸਾਰੇ ਵੀਰਾਂ ਦੀਆਂ ਭੈਣਾਂ ਜਿਉਂਦੀਆਂ ਰਹਿਣ। ਇਸ ਵਾਕ ਵਿੱਚ ਦੀਆਂ ਸ਼ਬਦ ਸੰਬੰਧ ਕਾਰਕ ਹੈ। ਇਸ ਤਰ੍ਹਾਂ ਇਹਨਾਂ ਸਾਰੇ ਵਾਕਾਂ ਵਿੱਚ ਨਾਮ ਜਾਂ ਪੜਨਾਮ ਦਾ ਕਿਸੇ ਹੋਰ ਨਾਮ ਜਾਂ ਪੜਨਾਮ ਨਾਲ ਮਾਲਕੀ ਵਾਲਾ ਸੰਬੰਧ ਹੋਣ ਕਰਕੇ ਇਹ ਸੰਬੰਧ ਕਾਰਕ ਹਨ। ਕਾਰਕ ਦੀ 7ਵੀਂ ਕਿਸਮ ਦਾ ਨਾਂ ਹੈ ਅਧਿਕਰਨ ਕਾਰਕ। ਅਧਿਕਰਨ ਕਾਰਕ ਕੀ ਹੈ? ਜਿਸ ਜਗ੍ਹਾ, ਟਿਕਾਣੇ, ਵਸਤੂ ਆਦਿ ਦੇ ਉੱਤੇ, ਵਿੱਚ ਜਾਂ ਨੇੜੇ ਕੁਝ ਪਾਇਆ ਜਾਂ ਰੱਖਿਆ ਜਾਵੇ, ਉਸ ਨਾਮ ਨੂੰ ਅਧਿਕਰਨ ਕਾਰਕ ਕਿਹਾ ਜਾਂਦਾ ਹੈ। ਅਧਿਕਰਨ ਕਾਰਕ ਮਾਤਰਾਵਾਂ ਜਾਂ ਪਿਛੇਤਰ ਏ ਅਤੇ ਈ ਰਾਹੀਂ ਉਜਾਗਰ ਕੀਤਾ ਜਾਂਦਾ ਹੈ, ਜਾਂ ਫਿਰ ਸੰਬੰਧਕ ਰਾਹੀਂ ਉਜਾਗਰ ਕੀਤਾ ਜਾਂਦਾ ਹੈ। ਸੰਬੰਧਕ ਸਥਾਨ ਅਤੇ ਦਿਸ਼ਾ ਸੂਚਕ ਸੰਬੰਧਕ ਹੁੰਦੇ ਹਨ, ਜਿਵੇਂ ਥੱਲੇ, ਹੇਠਾਂ, ਕੋਲ, ਪਾਸ, ਅੱਗੇ, ਅੰਦਰ,
ਉੱਤੇ, ਸਾਹਮਣੇ, ਨੇੜੇ, ਬਾਹਰ ਆਦਿ ਸੰਬੰਧਕ ਹੁੰਦੇ ਹਨ। ਜਿਵੇਂ ਪਹਿਲਾ ਵਾਕ ਹੈ, ਸਬਜ਼ੀਆਂ ਮੇਜ਼ ਉੱਤੇ ਪਈਆਂ ਹਨ। ਇਸ ਵਾਕ ਵਿੱਚ ਉੱਤੇ ਸੰਬੰਧਕ ਦੀ ਵਰਤੋਂ ਹੋਈ ਹੈ। ਮੇਜ਼ ਅਧਿਕਰਨ ਕਾਰਕ ਨਾਮ ਹੈ। ਦੂਸਰਾ ਵਾਕ ਹੈ, ਕੈਮਰਾ ਫਰਸ਼ ਉੱਤੇ ਡਿੱਗ ਪਿਆ ਸੀ। ਇਸ ਵਾਕ ਵਿੱਚ ਉੱਤੇ ਸੰਬੰਧਕ ਦੀ ਵਰਤੋਂ ਕੀਤੀ ਗਈ ਹੈ ਅਤੇ ਵਾਕ ਵਿੱਚ ਫਰਸ਼ ਸ਼ਬਦ ਜੋ ਹੈ ਉਹ ਅਧਿਕਰਨ ਕਾਰਕ ਨਾਮ ਹੈ। ਤੀਸਰਾ ਵਾਕ ਹੈ, ਆਪਣੇ ਘਰ ਵਿੱਚ ਬੈਠੋ। ਇਸ ਵਾਕ ਵਿੱਚ ਘਰ ਅਧਿਕਰਨ ਕਾਰਕ ਨਾਮ ਹੈ ਅਤੇ ਵਾਕ ਵਿੱਚ ਸੰਬੰਧਕ ਦੀ ਵਰਤੋਂ ਕੀਤੀ ਗਈ ਹੈ। ਚੌਥਾ ਵਾਕ ਹੈ, ਪੰਛੀ ਰੁੱਖ ਉੱਤੇ ਬੈਠੇ ਹਨ। ਇਸ ਵਾਕ ਵਿੱਚ ਪੰਛੀਆਂ ਦੀ ਰੁੱਖ ਉੱਤੇ ਮਾਲਕੀ ਹੈ, ਕਬਜ਼ਾ ਹੈ। ਵਾਕ ਵਿੱਚ ਰੁੱਖ ਸ਼ਬਦ ਅਧਿਕਰਨ ਕਾਰਕ ਨਾਮ ਹੈ ਅਤੇ ਉੱਤੇ ਸ਼ਬਦ ਸੰਬੰਧਕ ਹੈ। ਪੰਜਵਾਂ ਵਾਕ ਹੈ, ਬੱਚੇ ਕਮਰੇ ਅੰਦਰ ਆ ਗਏ। ਇਸ ਵਾਕ ਵਿੱਚ ਬੱਚਿਆਂ ਦਾ ਆਪਣੀ ਜਮਾਤ ਦੇ ਕਮਰੇ 'ਤੇ ਅਧਿਕਾਰ ਹੈ, ਮਾਲਕੀ ਹੈ। ਵਾਕ ਵਿੱਚ ਕਮਰਾ ਅਧਿਕਰਨ ਕਾਰਕ ਨਾਮ ਹੈ ਅਤੇ ਅੰਦਰ ਸ਼ਬਦ ਸਥਾਨ ਸੂਚਕ ਸੰਬੰਧਕ ਹੈ, ਜਿਸ ਦੀ ਵਾਕ ਵਿੱਚ ਵਰਤੋਂ ਕੀਤੀ ਗਈ ਹੈ। ਕਾਰਕ ਦੀ 8ਵੀਂ ਅਤੇ ਆਖਰੀ ਕਿਸਮ ਦਾ ਨਾਂ ਹੈ ਸੰਬੋਧਨ ਕਾਰਕ। ਸੰਬੋਧਨ ਕਾਰਕ ਕੀ ਹੈ? ਨਾਮ ਦਾ ਜਿਹੜਾ ਰੂਪ ਕਿਸੇ ਨੂੰ ਸੰਬੋਧਨ ਕਰਨ ਲਈ ਵਰਤਿਆ ਜਾਵੇ ਉਸ ਨੂੰ ਸੰਬੋਧਨ ਕਾਰਕ ਕਹਿੰਦੇ ਹਨ। ਜਿਵੇਂ ਪਹਿਲਾ ਵਾਕ ਹੈ, ਨੀ ਕੁੜੀਏ ਮੇਰੀ ਗੱਲ ਸੁਣ। ਇਸ ਵਾਕ ਵਿੱਚ ਨੀ ਕੁੜੀਏ ਸੰਬੋਧਨ ਕਾਰਕ ਹੈ। ਦੂਸਰਾ ਵਾਕ ਹੈ, ਓਏ ਬੱਚਿਓ ਚੁੱਪ ਕਰਕੇ ਬੈਠੋ। ਇਸ ਵਾਕ ਵਿੱਚ ਓਏ ਬੱਚਿਓ ਸੰਬੋਧਨ ਕਾਰਕ ਹੈ। ਇਸ ਤੋਂ ਇਲਾਵਾ ਸੰਬੋਧਨ ਕਾਰਕ ਦੇ ਰੂਪ ਆਮ ਤੌਰ 'ਤੇ ਮਨੁੱਖਾਂ ਲਈ ਹੀ ਵਰਤੇ ਜਾਂਦੇ ਹਨ, ਪਰ ਕਈ ਵਾਰੀ ਪਸ਼ੂਆਂ, ਜਾਨਵਰਾਂ ਲਈ ਵੀ ਸੰਬੋਧਨੀ ਰੂਪ ਵਰਤੇ ਜਾਂਦੇ ਹਨ। ਕਿਵੇਂ? ਜਿਵੇਂ ਤੀਸਰਾ ਵਾਕ ਹੈ, ਬੱਲੇ ਕਬੂਤਰਾ ਬਹੁਤ ਉੱਚੀ ਉਡਾਰੀ ਮਾਰੀ ਹੈ। ਇਸ ਵਾਕ ਵਿੱਚ ਕਬੂਤਰ ਨੂੰ ਸੰਬੋਧਨ ਕੀਤਾ ਗਿਆ ਹੈ। ਬੱਲੇ ਕਬੂਤਰਾ ਸੰਬੋਧਨ ਕਾਰਕ ਹੈ। ਇਸ ਤੋਂ ਇਲਾਵਾ ਕਈ ਵਾਰ ਸਧਾਰਨ ਬੋਲਚਾਲ ਵਿੱਚ ਬੇਜਾਨ ਵਸਤਾਂ ਲਈ ਵੀ ਸੰਬੋਧਨੀ ਕਾਰਕ ਵਾਲੇ ਨਾਮ ਵਰਤੇ ਜਾਂਦੇ ਹਨ। ਜਿਵੇਂ ਚੌਥਾ ਵਾਕ ਹੈ, ਵਾਹ ਨੀ ਕਿਸਮਤੇ ਗਰੀਬ ਨੂੰ ਧਾਰ ਦਿੱਤਾ ਈ। ਇਹ ਵਾਕ ਕਿਸਮਤ ਨੂੰ ਸੰਬੋਧਨ ਹੈ। ਵਾਹ ਨੀ ਕਿਸਮਤੇ ਸੰਬੋਧਨ ਕਾਰਕ ਹੈ। ਪੰਜਵਾਂ ਵਾਕ ਹੈ, ਹਾਏ ਵੇ ਗੋਡਿਓ ਤੁਰਨ 'ਚ ਮੇਰੀ ਮਦਦ ਕਰੋ। ਇਸ ਵਾਕ ਵਿੱਚ ਗੋਡਿਆਂ ਨੂੰ ਸੰਬੋਧਨ ਕੀਤਾ ਗਿਆ ਹੈ। ਹਾਏ ਵੇ ਗੋਡਿਓ ਸੰਬੋਧਨ ਕਾਰਕ ਹੈ। ਇਹ ਸੀ ਕਾਰਕ ਦੀਆਂ 8 ਕਿਸਮਾਂ ਜਿਨ੍ਹਾਂ ਬਾਰੇ ਅਸੀਂ ਗੱਲਬਾਤ ਕੀਤੀ ਹੈ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਪੰਜਾਬੀ ਵਿਆਕਰਨ ਕਾਰਕ, ਕਾਰਕੀ ਚਿੰਨ੍ਹ, ਕਾਰਕ ਰੂਪ, ਕਾਰਕ ਸਾਧਨਾ ਅਤੇ ਕਾਰਕ ਦੀਆਂ ਕਿਸਮਾਂ ਬਾਰੇ ਗੱਲਬਾਤ ਕੀਤੀ ਹੈ। ਧੰਨਵਾਦ।